ਜੇ ਮਾਹੌਲ ਇਦਾਂ ਦਾ ਹੀ ਰਹਿੰਦਾ ਤਾਂ 22 ਦੀਆਂ ਚੋਣਾਂ ਕਿਵੇਂ ਹੋਣਗੀਆਂ ਕਿ ਰਾਸ਼ਟਰਪਤੀ ਰਾਜ ਤਾਂ ਨਹੀਂ ਲਾਗੂ ਹੋ ਜਾਊਗੀ। ਤੁਸੀਂ ਦੇਖੋ ਜੇ ਹੁਣ ਇੰਨਾ ਵਿਰੋਧ ਆ ਚੋਣਾਂ ਵੇਲੇ ਤਾਂ ਆਪਾਂ ਪਿਛਲੀ ਵਾਰ ਦੇਖਿਆਗਾ ਕਿਸ ਤਰੀਕੇ ਨਾਲ ਵਿਰੋਧ ਹੋ ਰਿਹਾ ਸੀਗਾ ਵੱਖ-ਵੱਖ ਪਾਰਟੀਆਂ ਦਾ। 2022 ਦੇ ਲਈ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ, ਜੇ ਉਹਦੇ 'ਚ ਇੰਨੀ ਅਨਸਰਟੇਨਟੀ ਹੋਏਗੀ ਜਿੰਨੀ ਹੈ ਹੁਣ, ਤਾਂ ਕੀ ਚੋਣਾਂ ਹੋ ਜਾਣਗੀਆਂ? ਸਭ ਤੋਂ ਵੱਡਾ ਸਵਾਲ ਇਹ ਆ ਕਿ ਉਦੋਂ ਤੱਕ ਮਾਹੌਲ ਠੀਕ ਰਹੇਗਾ। ਜਿੱਧਰ ਨੂੰ ਮਾਹੌਲ ਜਾ ਰਿਹਾ ਹੈ, ਇਸ਼ਾਰੇ ਬਹੁਤ ਮਤਲਬ ਜਿਹੜਾ ਠੀਕ ਮਾਹੌਲ ਨਹੀਂ ਹੈ ਇਹ। ਜੇ ਮਾਹੌਲ ਇਦਾਂ ਦਾ ਹੀ ਰਹਿੰਦਾ ਤਾਂ 22 ਦੀਆਂ ਚੋਣਾਂ ਕਿਵੇਂ ਹੋਣਗੀਆਂ ਕਿ ਰਾਸ਼ਟਰਪਤੀ ਰਾਜ ਤਾਂ ਨਹੀਂ ਲਾਗੂ ਹੋ ਜਾਊਗਾ। ਦੇਖੋ 22 ਦੀਆਂ ਚੋਣਾਂ ਲਈ ਮਾਹੌਲ ਤਾਂ ਤੁਸੀਂ ਦੇਖੋ ਜੇ ਹੁਣ ਇੰਨਾ ਵਿਰੋਧ ਆ ਚੋਣਾਂ ਵੇਲੇ ਤਾਂ ਆਪਾਂ ਪਿਛਲੀ ਵਾਰ ਦੇਖਿਆਗਾ ਕਿਸ ਤਰੀਕੇ ਨਾਲ ਵਿਰੋਧ ਹੋ ਰਿਹਾ ਸੀਗਾ ਵੱਖ-ਵੱਖ ਪਾਰਟੀਆਂ ਦਾ। ਚੋਣਾਂ ਦੇ ਦਿਨਾਂ 'ਚ ਤਾਂ ਭਗਵੰਤ ਮਾਨ ਦੇ ਖਿਲਾਫ ਸ਼ਿਕਾਇਤ ਹੋ ਗਈ ਸੀ, ਡਲਿਆਂ ਵਾਲੀ ਗੱਲ ਜਦੋਂ ਕਹੀ ਸੀ ਭਗਵੰਤ ਮਾਨ ਨੇ ਇੱਕ ਭਾਸ਼ਣ 'ਚ। ਇਸ ਕਰਕੇ ਗੁੱਸਾ ਤਾਂ ਫਿਰ ਵੱਧਦਾ ਜਾਊ ਜਦੋਂ ਚੋਣਾਂ ਨੇੜੇ ਆਉਣਗੀਆਂ, ਤਿਉਂ-ਤਿਉਂ ਭਾਸ਼ਣ ਤਿੱਖੇ ਹੋਣਗੇ, ਤਿਉਂ-ਤਿਉਂ ਲੋਕਾਂ ਦਾ ਗੁੱਸਾ ਵੱਧਦਾ ਰਹਿੰਦਾ। ਇਸੇ ਕਰਕੇ ਤਾਂ ਮੈਂ ਕਹਿ ਰਿਹਾ ਕਿ ਲੋਕਾਂ ਦੇ ਨਾਲ ਇੱਕ ਰਾਹ ਜਿਹੜਾ ਹੁੰਦਾ ਨਾ, ਮੰਨ ਲਓ ਤੁਸੀਂ ਇੱਕ ਕੰਪੇਨ ਦਾ ਕੋਈ ਰਾਹ ਫੜ ਲਿਆ, ਤੁਸੀਂ ਜਾਂ ਆਪਦਾ ਕੋਈ ਪ੍ਰੋਗਰਾਮ ਕਰ ਰਹੇ ਹੋ, ਉੱਥੇ ਵਿਰੋਧ ਹੋ ਰਿਹਾ ਗਾ ਆਪ ਦਾ, ਅਕਾਲੀਆਂ ਦਾ, ਕਾਂਗਰਸ ਦਾ, ਬੀਜੇਪੀ ਦਾ, ਹੋਰ ਵੀ ਤਾਂ ਰਾਹ ਹੋ ਸਕਦੇ ਆ ਲੋਕਾਂ ਨਾਲ ਇੰਟਰੈਕਟ ਕਰਨ ਦੇ। ਲੋਕਾਂ ਦੇ ਨਾਲ ਪਹਿਲਾਂ ਲੋਕਾਂ ਨੂੰ ਸਹਿਜ ਕਰਾਓ ਕਿ ਦੱਸੋ ਭਾਈ ਸਾਡੇ ਤੋਂ ਕੋਈ, ਜਿਵੇਂ ਕਹਿ ਵੀ ਰਿਹਾ ਬਹੁਤ ਸਾਰੀਆਂ ਪਾਰਟੀਆਂ ਤਾਂ ਕਿ ਸਾਡੇ ਤੋਂ ਅਗਰ ਗਲਤੀ ਹੋਈ ਹੈ ਕੋਈ, ਅਕਾਲੀ ਦਲ ਨੇ ਵੀ ਕਿਹਾ, ਕਾਂਗਰਸ ਵੀ ਇੱਕ ਦੌਰ ਦੇ ਅੰਦਰ ਜਦੋਂ ਲੋਕ ਘੇਰਦੇ ਆ ਉਹ ਕਹਿੰਦੇ ਜੇ ਸਾਡੇ ਤੋਂ ਆ ਰਹਿ ਗਈ ਹੋ ਘਾਟ, ਰਾਜਾ ਵੜਿੰਗ ਨੂੰ ਘੇਰ ਲਿਆ ਸੀਗਾ, ਉਸ ਤੋਂ ਬਿਨਾਂ ਹੋਰ ਲੀਡਰਾਂ ਨੂੰ ਵੀ ਘੇਰਦੇ ਹੈਗੇ, ਬੀਜੇਪੀ ਵਾਲਿਆਂ ਨੂੰ ਘੇਰਦੇ ਆ। ਉਹਨਾਂ ਨਾਲ ਇਹ ਤੁਹਾਡੇ ਲੋਕ ਨੇ, ਤੁਹਾਡੇ ਲੋਕਾਂ ਨਾਲ ਤੁਸੀਂ ਕਨਫਰੰਟਰੇਸ਼ਨ ਦੀ ਪੋਲੀਟਿਕਸ ਨਹੀਂ ਕਰ ਸਕਦੇ। ਕਨਫਰੰਟਰੇਸ਼ਨ ਦੀ ਪੋਲੀਟਿਕਸ ਨੁਕਸਾਨਦੇਹ ਹੋਊਗੀ ਪੰਜਾਬ ਲਈ, ਦੇਸ਼ ਲਈ। ਇਸ ਕਰਕੇ ਜ਼ਰੂਰੀ ਹੈ ਕਿ ਪੁਲਿਸ ਨੂੰ ਵੀ ਚਾਹੀਦਾ ਗਾ ਇਹ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਹੈਂਡਲ ਕਰੇ। ਪਰ ਇਹ ਸਭ ਤੋਂ ਇੰਪੋਰਟੈਂਟ ਸਵਾਲ ਆ ਕਿ 22 ਦੀਆਂ ਚੋਣਾਂ ਫਿਰ ਹੋਣਗੀਆਂ ਜਾਂ ਨਹੀਂ ਹੋਣਗੀਆਂ। 2022 ਦੇ ਲਈ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ, ਜੇ ਉਹਦੇ 'ਚ ਇੰਨੀ ਅਨਸਰਟੇਨਟੀ ਹੋਏਗੀ ਜਿੰਨੀ ਹੈ ਹੁਣ, ਤਾਂ ਕੀ ਚੋਣਾਂ ਹੋ ਜਾਣਗੀਆਂ? ਕਿਤੇ ਪੰਜਾਬ ਰਾਸ਼ਟਰਪਤੀ ਰਾਜ ਵੱਲ ਤਾਂ ਨਹੀਂ ਵੱਧ ਰਿਹਾ? ਇਸ ਤਰ੍ਹਾਂ ਕਿਹਾ ਜਾਂਦਾ, ਬਹੁਤ ਸਾਰੀਆਂ ਚਰਚਾਵਾਂ ਨੇ ਕਿ ਪੰਜਾਬ 'ਚ ਰਾਸ਼ਟਰਪਤੀ ਰਾਜ ਲੱਗ ਸਕਦਾ ਲਾਅ ਐਂਡ ਆਰਡਰ ਦਾ ਸਵਾਲ ਦਿਖਾ ਕੇ। ਲਾਅ ਐਂਡ ਆਰਡਰ ਤਾਂ ਖਰਾਬ ਹੋ ਰਿਹਾ ਹੈਗਾ, ਖਰਾਬ ਹੁੰਦਾ ਗਾ। ਤਾਂ ਕਾਨੂੰਨ ਵਿਵਸਥਾ ਦੇ ਬਾਰੇ ਇਸੇ ਕਰਕੇ ਸੰਯੁਕਤ ਮੋਰਚਾ ਕਹਿੰਦਾ ਕਿ ਕਾਨੂੰਨ ਵਿਵਸਥਾ ਨੂੰ ਬਣਾਈ ਰੱਖੋ। ਜਿੱਥੇ ਵੀ ਤੁਸੀਂ ਵਿਰੋਧ ਕਰਦੇ ਹੋ ਸੰਜਮ 'ਚ ਕਰੋ, ਸਵਾਲ ਕਰੋ, ਵਿਰੋਧ ਕਰੋ, ਪਰ ਜ਼ਿੰਮੇਵਾਰੀ ਨਾਲ ਕਰੋ। ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ, ਇਸ਼ਾਰੇ ਬਹੁਤ ਸਾਰੇ ਕਰ ਰਹੀਆਂ ਨੇ 2022 ਦੀਆਂ ਚੋਣਾਂ ਬੜੀਆਂ ਕਰੂਸ਼ੀਅਲ ਚੋਣਾਂ ਨੇ। ਇੱਕ ਤਾਂ ਪਾਰਟੀਆਂ ਦੀ ਸਾਖ ਬੜੀ ਦਾਅ 'ਤੇ ਲੱਗੀ ਹੋਈ ਆ। 5 ਪਾਰਟੀਆਂ ਸਾਡੇ ਸਾਹਮਣੇ, ਜਿਵੇਂ ਮੈਂ ਕਹਿਣਾ ਹੁੰਦਾ 5 ਕੋਣਾ ਮੁਕਾਬਲਾ ਹੋਣਾ। 4 ਪਾਰਟੀਆਂ ਦਾ ਸਿੱਧੀਆਂ ਸਾਹਮਣੇ ਨੇ, 5ਵੀਂ ਪਾਰਟੀ ਕੋਈ ਨਾ ਕੋਈ ਹੋਏਗੀ। 5 ਕੋਣਾ ਮੁਕਾਬਲਾ ਪੰਜਾਬ 'ਚ ਹੋਏਗਾ। ਤਾਂ 5 ਕੋਣੇ ਮੁਕਾਬਲੇ 'ਚ ਸਭ ਦੀ ਆਪਦੀ ਸਾਖ ਦਾਅ 'ਤੇ ਲੱਗੀ ਹੋਈ ਆ। ਹਰ ਪਾਰਟੀ ਨੂੰ ਲੱਗਦਾ ਸੱਤਾ ਚਾਹੀਏ। ਤਾਂ ਸਭ ਤੋਂ ਵੱਡਾ ਸਵਾਲ ਇਹ ਆ ਕਿ ਉਦੋਂ ਤੱਕ ਮਾਹੌਲ ਠੀਕ ਰਹੇਗਾ। ਜਿੱਧਰ ਨੂੰ ਮਾਹੌਲ ਜਾ ਰਿਹਾ ਹੈ, ਇਸ਼ਾਰੇ ਬਹੁਤ ਮਤਲਬ ਜਿਹੜਾ ਠੀਕ ਮਾਹੌਲ ਨਹੀਂ ਹੈ ਇਹ। ਅਸੀਂ ਪੰਜਾਬ ਦੇ ਅੰਦਰ ਹਿਸਟਰੀ ਹੈਗੀ ਬਹੁਤ ਸਾਰੀਆਂ ਚੀਜ਼ਾਂ ਦੀ। ਚੀਜ਼ਾਂ ਤਾਂ ਨਿੱਕੀ ਜਿਹੀ ਘਟਨਾ ਤੋਂ ਫਲੇਅਰ ਅਪ ਹੋ ਜਾਂਦੀਆਂ ਨੇ। ਇਸ ਕਰਕੇ ਉਹਨਾਂ ਨਿੱਕੀਆਂ ਘਟਨਾਵਾਂ ਨਾਲ ਅੰਗੇਜ ਕਿਵੇਂ ਕਰਨਾ ਸਾਡੇ ਐਡਮਿਨਿਸਟ੍ਰੇਸ਼ਨ ਨੇ, ਸਾਡੀ ਸਟੇਟ ਨੇ, ਸਾਡੀਆਂ ਪੋਲੀਟੀਕਲ ਪਾਰਟੀਆਂ ਨੇ, ਸੰਯੁਕਤ ਕਿਸਾਨ ਮੋਰਚੇ ਨੇ, ਸਭ ਨੇ। ਬਹੁਤ ਪੰਜਾਬ ਬਾਰੇ ਕਿਹਾ ਜਾਂਦਾ ਬਰੂਦ ਦੇ ਢੇਰ 'ਤੇ ਬੈਠੀ ਹੋਈ ਸਟੇਟ ਹੈਗੀ। ਬਹੁਤ ਸਾਰੀ ਫਰਸਟ੍ਰੇਸ਼ਨਾਂ ਲੋਕਾਂ 'ਚ, ਬਹੁਤ ਸਾਰੇ ਸਵਾਲ ਨੇ, ਸਾਰੀਆਂ ਪੋਲੀਟੀਕਲ ਪਾਰਟੀਆਂ ਪ੍ਰਤੀ ਹੋ ਸਕਦੇ। ਇਸ ਕਰਕੇ ਜ਼ਰੂਰੀ ਹੈ ਕਿ ਇਹਨੂੰ ਕੋਈ ਦਿਸ਼ਾ ਮਿਲੇ। ਦਿਸ਼ਾਹੀਣ ਕੋਈ ਵੀ ਗੱਲ ਕਿਤੇ ਕਿਸੇ ਨੂੰ ਲੈ ਕੇ ਨਹੀਂ ਜਾਏਗੀ, ਨਾ ਕਿਸਾਨਾਂ ਨੂੰ, ਨਾ ਪੋਲੀਟੀਕਲ ਪਾਰਟੀਆਂ ਨੂੰ। ਦਿਸ਼ਾ ਮਿਲਣੀ ਜ਼ਰੂਰੀ ਹੈ। ਉਹ ਦਿਸ਼ਾ ਕਿਵੇਂ ਦਿੱਤੀ ਹੈ? ਉਹਦੇ ਲਈ ਇੱਕ ਵਿਜ਼ਨਰੀ ਲੀਡਰਾਂ ਦੀ ਲੋੜ ਹੁੰਦੀ ਹੈ ਜਿਹੜੇ ਦਿਸ਼ਾ ਦੇ ਸਕਦੇ ਨੇ। ਕਿਸੇ ਵੀ ਘੋਲ ਨੂੰ, ਕਿਸੇ ਵੀ ਗੱਲ ਨੂੰ ਦਿਸ਼ਾ ਦੇਣੀ ਸਭ ਤੋਂ ਵੱਡੀ ਗੱਲ ਹੁੰਦੀ ਹੈ। ਵਿਦਵਾਨ ਦਿੰਦੇ ਨੇ ਜਾਂ ਲੀਡਰ ਦਿੰਦੇ ਨੇ। ਤਾਂ ਕੀ ਸਾਡੇ ਕੋਲੋਂ ਵਿਦਵਾਨ ਨੇ, ਕੀ ਸਾਡੇ ਕੋਲੋਂ ਲੀਡਰ ਨੇ? ਇਹ ਸਵਾਲ ਹੈ। ਨਹੀਂ ਤਾਂ ਫਿਰ ਸਿਚੁਏਸ਼ਨ ਵਰਸਟ ਹੋ ਰਹੀ, ਆਪਾਂ ਦੇਖ ਰਹੇ ਹਾਂ, ਗੜਬੜ ਹੋ ਰਹੀ ਹੈਗੀ। ਇਸ ਸਿਚੁਏਸ਼ਨ ਨੂੰ ਕਿਵੇਂ ਠੀਕ ਕਰਨਾ ਗਾ? ਕਿਵੇਂ ਪੰਜਾਬ, ਸਭ ਤੋਂ ਪਹਿਲਾਂ ਤਾਂ ਪੰਜਾਬ ਆ ਨਾ ਸਾਡੇ ਸਾਰਿਆਂ ਲਈ। ਪੋਲੀਟੀਕਲ ਪਾਰਟੀਆਂ ਵੀ ਤਾਂ ਹੀ ਰਾਜ ਕਰਨਗੀਆਂ ਪੰਜਾਬ 'ਤੇ ਜੇ ਪੰਜਾਬ ਰਹੇਗਾ, ਜੇ ਪੰਜਾਬ 'ਚ ਹਾਲਾਤ ਠੀਕ ਰਹਿਣਗੇ ਤਾਂ ਹੀ ਪੋਲੀਟੀਕਲ ਪਾਰਟੀਆਂ ਸੌਖੀਆਂ ਰਹਿਣਗੀਆਂ, ਤਾਂ ਹੀ ਲੋਕ ਸੌਖੇ ਰਹਿਣਗੇ। ਇਸ ਕਰਕੇ ਜ਼ਰੂਰੀ ਇਹ ਆ ਕਿ ਉਸ ਚੀਜ਼ ਨਾਲ ਇੰਗੇਜ ਕੀਤਾ ਜਾਵੇ ਜਿਹੜੀ ਚੀਜ਼ ਨਾਲ ਲੱਗਦਾ ਸਭ ਨੂੰ ਕਿ ਇੰਗੇਜ ਕਰਨ ਦੀ ਲੋੜ ਹੈਗੀ, ਤਾਂ ਹੀ ਮਸਲਾ ਠੀਕ ਹੁੰਦਾ। ਨਹੀਂ ਤਾਂ ਫਿਰ ਰਾਸ਼ਟਰਪਤੀ ਰਾਜ ਹਾਲਾਂਕਿ ਲੱਗਣਾ ਬਹੁਤ ਔਖਾ ਹੁੰਦਾ, ਇੰਨਾ ਸੌਖਾ ਨਹੀਂ ਰਾਸ਼ਟਰਪਤੀ ਰਾਜ ਲੱਗਣਾ। ਰਾਸ਼ਟਰਪਤੀ ਰਾਜ ਕੋਈ ਸੌਖੀ ਗੱਲ ਨਹੀਂ ਹੈ, ਪਰ ਰਾਸ਼ਟਰਪਤੀ ਰਾਜ ਨਹੀਂ ਲੱਗ ਸਕਦਾ, ਇਹਨੂੰ ਰੂਲ ਆਊਟ ਨਹੀਂ ਕਰ ਸਕਦੇ ਤੁਸੀਂ। ਇਸ ਕਰਕੇ ਜ਼ਰੂਰੀ ਹੈ ਕਿ ਦਿਸ਼ਾ ਵੱਲ ਨੂੰ ਚੀਜ਼ਾਂ ਜਾਣ। ਕਿਸਾਨ ਅੰਦੋਲਨ ਵੀ ਅਤੇ ਪੋਲੀਟੀਕਲ ਪਾਰਟੀਆਂ ਵੀ ਆਪਣੀ ਦਿਸ਼ਾ ਨੂੰ ਨਿਰਧਾਰਿਤ ਕਰਨ। ਯਾਦਵਿੰਦਰ ਜੀ, ਸਿਆਸੀ ਪਾਰਟੀਆਂ ਦੀ ਲੋੜ ਹੈ ਕਿ ਉਹਨਾਂ ਨੇ ਚੋਣਾਂ ਦੇ ਮੱਦੇਨਜ਼ਰ ਲੋਕਾਂ 'ਚ ਜਾਣਾ, ਪਰ ਲੋਕ ਤਾਂ ਵਿਰੋਧ ਕਰ ਰਹੇ ਨੇ। ਪਰ ਇਸ ਦਾ ਹੱਲ ਕੀ ਹੋ ਸਕਦਾ ਹੈ? ਦੇਖੋ ਅਲਟੀਮੇਟਲੀ ਹੱਲ ਤਾਂ ਇਹਦਾ ਮਸਲੇ ਦਾ ਹੱਲ ਆ। ਸਭ ਤੋਂ ਪਹਿਲਾਂ ਲੋਕ ਕੀ ਚਾਹੁੰਦੇ ਨੇ? ਕਿਸਾਨ ਮਸਲੇ ਦਾ ਹੱਲ ਹੋਵੇ।
ਇਹ ਨਹੀਂ ਕਿ ਪੋਲੀਟੀਕਲ ਪਾਰਟੀਆਂ ਪ੍ਰੈਸ਼ਰ ਨਹੀਂ ਪਾ ਰਹੀਆਂ ਜਿਹੜੀਆਂ ਬੀਜੇਪੀ ਦੇ ਐਂਟੀ ਨੇ, ਪਰ ਕਿਸਾਨ ਅੰਦੋਲਨ ਨੇ ਉਹਨਾਂ ਨੂੰ ਦੂਰ ਵੀ ਰੱਖਿਆ ਹੋਇਆ। ਉਹਨਾਂ ਨੇ ਕਿਹਾ ਹੈਗਾ ਪਹਿਲੇ ਦਿਨ ਤੋਂ ਇਹ ਐਲਾਨ ਆ ਕਿ ਪੋਲੀਟੀਕਲ ਪਾਰਟੀਆਂ ਵਿੱਚ ਡਾਇਰੈਕਟ ਹਿੱਸੇਦਾਰੀ ਨਹੀਂ ਕਰ ਸਕਦੀਆਂ। ਇਸ ਕਰਕੇ ਜੇ ਬੀਜੇਪੀ ਵੀ ਚਾਹੁੰਦੀ ਹੈ, ਮੈਂ ਜਿਵੇਂ ਕਹਿ ਰਿਹਾ, ਕਨਫੈਡਰੇਸ਼ਨ ਦੀ ਪੋਲਿਟਿਕਸ ਨਾ ਦੇਸ਼ ਨੂੰ ਬਿਹਤਰ ਕਰ ਸਕਦੀ ਹੈ, ਨਾ ਪੰਜਾਬ ਨੂੰ ਬਿਹਤਰ ਕਰ ਸਕਦੀ ਹੈ। ਕਨਫੈਡਰੇਸ਼ਨ ਦੀ ਪੋਲਿਟਿਕਸ ਮਾੜੇ ਹਾਲਾਤਾਂ ਵੱਲ ਲੈ ਕੇ ਜਾਂਦੀ ਹੈ, ਦੇਸ਼ ਨੂੰ ਵੀ ਤੇ ਪੰਜਾਬ ਨੂੰ ਵੀ। ਇੱਕ ਤਾਂ ਕਨਫੈਡਰੇਸ਼ਨ ਦੀ ਪੋਲਿਟਿਕਸ ਮੁੱਕਣੀ ਚਾਹੀਦੀ ਹੈ ਔਰ ਮਸਲੇ ਦਾ ਹੱਲ ਹੋਣਾ ਚਾਹੀਦਾ। ਉਹਦੇ 'ਚ ਅੰਗੇਜ ਹੋ ਕੇ ਵੱਧ ਤੋਂ ਵੱਧ ਜ਼ੋਰ ਲਾ ਦੇਣ, ਸਾਰੀਆਂ ਪੋਲੀਟੀਕਲ ਪਾਰਟੀਆਂ ਜ਼ੋਰ ਲਾਉਣ ਕਿਸਾਨ ਮਸਲੇ ਦੇ ਹੱਲ ਲਈ। ਸੰਯੁਕਤ ਮੋਰਚਾ ਲਾ ਹੀ ਰਿਹਾ, ਹੋਰ ਜਥੇਬੰਦੀਆਂ ਜਿਹੜੀਆਂ ਭਰਾਤਰੀ ਨੇ, ਹੋਰ ਜਿਹੜੀਆਂ ਪੰਜਾਬ ਦੇ ਅੰਦਰ ਇਨਸਾਫ ਪਸੰਦ ਨੇ, ਦੇਸ਼ 'ਚ ਇਨਸਾਫ ਪਸੰਦ ਲੋਕ ਨੇ, ਉਹ ਅੱਗੇ ਆ ਕੇ ਇਸ ਮਸਲੇ ਦਾ ਹੱਲ ਕਰਾਉਣ। ਇੰਨਾ ਲੰਬਾ ਅੰਦੋਲਨ ਚੱਲਣਾ ਨਾ ਦੇਸ਼ ਹਿੱਤ 'ਚ ਨਾ ਪੰਜਾਬ ਹਿੱਤ 'ਚ ਹੈਗਾ। ਠੀਕ ਆ, ਲੋਕ ਜਾਗਰੂਕ ਹੋਏ ਨੇ, ਅੰਦੋਲਨ ਲੋਕਾਂ ਨੂੰ ਜਾਗਰੂਕ ਕਰਦਾ, ਅੰਦੋਲਨ ਲੋਕਾਂ ਨੂੰ ਬਹੁਤ ਕੁਝ ਸਿਖਾਉਂਦਾ ਗਾ। ਪਰ ਲੋਕ ਅੰਦੋਲਨ ਕਰਨ ਲਈ ਤਾਂ ਨਹੀਂ ਬਣੇ ਹੁੰਦੇ। ਲੋਕਾਂ ਨੇ ਤਾਂ ਆਪਦੇ ਮਸਲੇ ਨੇ, ਕਿਸਾਨ ਤਾਂ ਵਿਚਾਰੇ ਬਾਰ-ਬਾਰ ਜਿਹੜੇ ਆਮ ਕਿਸਾਨ ਨੇ, ਜੋ ਤੁਸੀਂ ਧਰਨੇ ਜਾਂਦੇ ਹੋ, ਉਹੀ ਕਹਿੰਦੇ ਆ ਕਿ ਜੇ ਅਸੀਂ ਕੋਈ ਸ਼ੌਂਕ ਨੂੰ ਨਹੀਂ ਬੈਠੇ, ਅਸੀਂ ਤਾਂ ਮਜਬੂਰੀ ਨੂੰ ਬੈਠੇ, ਸਾਡਾ ਮਸਲਾ ਹੱਲ ਕਰਾ ਦਿਓ। ਅਸੀਂ ਉਰੇ ਬੈਠੇ ਕਿਉਂ ਆ? ਬਿੱਲਾਂ ਕਰਕੇ। ਤਾਂ ਬਿੱਲਾਂ ਵਾਲੇ ਮਸਲੇ ਦਾ ਜਿੱਦਣ ਹੱਲ ਹੋਏਗਾ, ਉਦੋਂ ਸਾਰੇ ਗੱਲਾਂ ਦਾ ਹੱਲ ਹੋ ਜਾਏਗਾ। ਇਸ ਕਰਕੇ ਜ਼ਰੂਰੀ ਹੈ ਕਿ ਉਹ ਪੋਲੀਟੀਕਲ ਪਾਰਟੀਆਂ ਵੀ ਸਾਰੀਆਂ ਪੰਜਾਬ ਦੀਆਂ ਪੂਰਾ ਜ਼ੋਰ ਮਾਰ ਦੇਣ, ਸਰਕਾਰ 'ਤੇ ਪ੍ਰੈਸ਼ਰ ਬਿਲਡ ਕਰਨ ਔਰ ਸਰਕਾਰ ਨੂੰ ਕਹਿਣ ਜਾ ਕੇ, ਸਾਰੀਆਂ ਪੋਲੀਟੀਕਲ ਪਾਰਟੀਆਂ, ਕਾਂਗਰਸ ਹੋਵੇ, ਆਪ ਹੋਵੇ, ਅਕਾਲੀ ਦਲ ਹੋਵੇ, ਬੀਜੇਪੀ ਦੀ ਤਾਂ ਚਲੋ ਸਰਕਾਰ ਹੀ ਹੈ, ਬਹੁਜਨ ਸਮਾਜ ਪਾਰਟੀ ਹੋਵੇ, ਲੈਫਟ ਹੋਵੇ, ਜਿੰਨੀਆਂ ਪਾਰਟੀਆਂ ਪੰਜਾਬ, ਸਾਰੀਆਂ ਜ਼ੋਰ ਲਾਉਣ, ਸਾਰੀਆਂ ਪਾਰਟੀਆਂ ਮੋਦੀ ਸਰਕਾਰ 'ਤੇ ਪ੍ਰੈਸ਼ਰ ਬਿਲਡ ਕਰਨ ਔਰ ਜਿਵੇਂ ਵੀ ਇਹਨੂੰ ਹੋਰ ਅੰਦੋਲਨ ਦੇ ਨਾਲ ਕਿਸ ਤਰੀਕੇ ਨਾਲ, ਜੇ ਉਹਨਾਂ ਦੀ ਇਹ ਭੂਮਿਕਾ ਨਹੀਂ ਹੈ ਕਿ ਉਹ ਅੰਦੋਲਨ 'ਚ ਨਹੀਂ ਜਾ ਸਕਦੇ, ਪ੍ਰੋਟੈਸਟ ਨਹੀਂ ਕਰ ਸਕਦੇ, ਪ੍ਰੋਟੈਸਟ ਤਾਂ ਕਰ ਸਕਦੇ ਨੇ, ਯਾਨੀ ਸਟੇਜ 'ਤੇ ਨਹੀਂ ਚੜ੍ਹ ਸਕਦੇ, ਇਹ ਅੰਦੋਲਨ 'ਚ ਕਿਹਾ ਗਿਆ। ਹੋਰ ਰਾਹ ਬਥੇਰੇ ਨੇ, ਹੋਰ ਬੜੇ ਤਰੀਕੇ ਹੁੰਦੇ ਨੇ ਸਰਕਾਰਾਂ ਤੋਂ ਮਸਲੇ ਹੱਲ ਕਰਾਉਣ ਦੇ। ਸਾਰੀਆਂ ਪਾਰਟੀਆਂ ਨੂੰ ਜ਼ੋਰ ਲਾ ਕੇ ਕਿਸਾਨਾਂ ਵਾਲਾ ਮਸਲਾ ਹੱਲ ਕਰਾਉਣਾ ਚਾਹੀਦਾ, ਤਾਂ ਹੀ ਪੰਜਾਬ ਬਿਹਤਰ ਰਹਿ ਸਕਦਾ, ਤਾਂ ਹੀ ਦੇਸ਼ ਬਿਹਤਰ ਰਹਿ ਸਕਦਾ।